ਐਲੋਪੈਥੀ ਤੇ ਆਯੁਰਵੈਦਿਕ ਵਿਚਾਲੇ ਕੀ ਫਰਕ ਹੈ ਔਰ ਆਯੁਰਵੈਦਿਕ ਦਵਾਈਆਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਕਾਰਗਰ ਸਾਬਤ ਹੋ ਰਹੀਆਂ ਨੇ। आयुर्वेदिक लॉन्ग टर्म वास्ते ਲੈਣੀ ਹੈ। ਕਿਸੇ ਨੂੰ ਵੀ ਬਿਮਾਰੀ ਹੈ ਲੰਬੇ ਟਾਈਮ ਤੱਕ ਅਗਰ ਕੋਈ ਦਵਾਈ ਖਾਣੀ ਹੈ ਤਾਂ ਆਪਾਂ ਨੂੰ ਆਯੁਰਵੈਦਿਕ ਹੀ ਲੈਣੀ ਚਾਹੀਦੀ ਹੈ ਕਿਉਂਕਿ ਉਹਦੇ ਸਾਈਡ ਇਫੈਕਟਸ ਵੀ ਨਹੀਂ ਹੈਗੇ ਔਰ ਉਹਦੇ ਰਿਜ਼ਲਟਸ ਵੀ ਬਹੁਤ ਅੱਛੇ। ਪੰਜਾਬ ਦੇ ਵਿੱਚ ਆਯੁਰਵੈਦਿਕ ਡਿਸਪੈਂਸਰੀਆਂ ਟੋਟਲ ਕਿੰਨੀਆਂ ਨੇ? 501 ਆਯੁਰਵੈਦਿਕ ਡਿਸਪੈਂਸਰੀਆਂ ਨੇ ਤੇ 35 ਯੂਨਾਨੀ ਡਿਸਪੈਂਸਰੀ। ਨਹੀਂ ਆਯੁਰਵੈਦਿਕ ਐਸੀ ਕੋਈ ਬਿਮਾਰੀ ਨਹੀਂ ਜਿੱਥੇ ਨਾ ਯੂਜ਼ ਕੀਤੀ ਜਾ ਸਕੇ ਜੀ। ਕਿਸੇ ਵੀ ਉਮਰ 'ਚ ਕਿਸੇ ਵੀ ਉਮਰ। ਛੋਟੇ ਬੱਚੇ ਹੈ ਜਿਹੜੇ ਛੋਟੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਹੈ ਚਾਹੇ ਉਹ ਖਾਂਸੀ ਜ਼ੁਕਾਮ ਬੁਖਾਰ ਹੈ ਤਾਂ ਉਹਨਾਂ ਲਈ ਆਯੁਰਵੈਦਿਕ ਦਵਾਈ ਜ਼ਰੂਰੀ ਹੈ ਜਾਂ ਉਹਨਾਂ ਲਈ ਐਲੋਪੈਥੀ ਜ਼ਰੂਰੀ ਹੈ ਜੀ? ਛੋਟੇ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਖਾਂਸੀ ਜ਼ੁਕਾਮ ਹੈ ਸਾਡੀ ਸਿਟੋਪਲਾਦੀ ਗੁਰੰਤੀ ਟੰਕਨ ਦੀ ਮੈਡੀਸਨ ਆਉਂਦੀਆਂ ਹੈਗੀਆਂ, ਇਹਨਾਂ ਦੇ ਬਹੁਤ ਹੀ ਅੱਛੇ ਰਿਜ਼ਲਟਸ ਹੈਗੇ ਔਰ ਛੋਟੇ ਬੱਚਿਆਂ ਵਾਸਤੇ ਵੀ ਬਹੁਤ ਅੱਛੇ ਰਿਜ਼ਲਟਸ। ਸੋ ਤਣਾਅ ਨੂੰ ਲੈ ਕੇ ਵੀ ਕੋਈ ਇਸ ਤਰ੍ਹਾਂ ਦੀ ਆਯੁਰਵੈਦ ਦੀ ਦਵਾਈ ਹੈਗੀ ਹੈ ਜਿਹੜੀ ਤਣਾਅ ਘੱਟ ਕਰਦੀ ਹੈ? ਕਿਉਂਕਿ ਐਲੋਪੈਥੀ ਦਾ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਸ਼ਾਇਦ ਇੱਕ ਨਸ਼ੇ ਦੀ ਤਰ੍ਹਾਂ ਹੁੰਦੀਆਂ। ਜਿਹੜੀਆਂ ਆਯੁਰਵੈਦਿਕ ਦਵਾਈਆਂ ਹੈਗੀਆਂ ਬਹੁਤ ਅੱਛੇ ਬ੍ਰੇਨ ਟੌਨਿਕਸ ਹੈਗੇ ਆ ਔਰ ਉਹਦੇ ਨਾਲ ਸੈਡੇਸ਼ਨ ਨਹੀਂ ਹੁੰਦੀ, ਨਾ ਹੀ ਕੋਈ ਨਸ਼ਾ ਹੁੰਦਾ, ਨਾ ਹੀ ਬੰਦਾ ਹੈਬਿਚੁਅਲ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਤੇਜਿੰਦਰ ਫਤਿਹਪੁਰ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਸਰਕਾਰ ਦੇ ਆਯੁਰਵੇਦਾ ਵਿਭਾਗ ਦੇ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਪੂਨਮ ਵਸਿਸ਼ਟ ਜੀ ਹੋਰਾਂ ਕੋਲ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਯੁਰਵੈਦਿਕ ਦਵਾਈਆਂ ਜਿਹੜੀਆਂ ਐਲੋਪੈਥੀ ਦੇ ਮੁਕਾਬਲੇ ਕਿਵੇਂ ਕਾਰਗਰ ਨੇ ਔਰ ਆਯੁਰਵੈਦਿਕ ਦੇ ਵਿੱਚ ਹੁਣ ਨਵਾਂ ਕੀ ਕੁਝ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਆਯੁਰਵੈਦਿਕ ਦਵਾਈਆਂ ਦੀ ਜਿਹੜੀ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਜਾਵੇ। ਸੋ तमाम ਗੱਲਾਂ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਡਾਕਟਰ ਪੂਨਮ ਵਸਿਸ਼ਟ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੀ ਦੱਸੋ ਕਿ ਐਲੋਪੈਥੀ ਤੇ ਆਯੁਰਵੈਦਿਕ ਵਿਚਾਲੇ ਕੀ ਫਰਕ ਹੈ ਔਰ ਆਯੁਰਵੈਦਿਕ ਦਵਾਈਆਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਕਾਰਗਰ ਸਾਬਤ ਹੋ ਰਹੀਆਂ ਨੇ? ਦੇਖੋ, ਜਦੋਂ ਆਪਾਂ ਦੋਨੋਂ ਸਿਸਟਮ ਨੂੰ ਇਕੱਠਾ ਲੈ ਕੇ ਚੱਲਦੇ ਹਾਂ ਤਦ ਹੀ ਫਾਇਦਾ ਹੁੰਦਾ ਹੈਗਾ ਜੀ। ਕੁਝ ਐਸੀਆਂ ਚੀਜ਼ਾਂ ਜਿੱਥੇ ਐਕਿਊਟ ਪ੍ਰੋਬਲਮਸ ਆ ਜਾਂਦੀਆਂ ਉੱਥੇ ਸਾਨੂੰ ਐਲੋਪੈਥਿਕ ਦਾ ਸਹਾਰਾ ਲੈਣਾ ਪੈਂਦਾ ਹੈ, ਲੇਕਿਨ ਆਯੁਰਵੈਦਿਕ ਲੌਂਗ ਟਰਮ ਵਾਸਤੇ ਲੈਣੀ ਹੈ। ਕਿਸੇ ਨੂੰ ਵੀ ਬਿਮਾਰੀ ਹੈ ਲੰਬੇ ਟਾਈਮ ਤੱਕ ਅਗਰ ਕੋਈ ਦਵਾਈ ਖਾਣੀ ਹੈ ਤਾਂ ਆਪਾਂ ਨੂੰ ਆਯੁਰਵੈਦਿਕ ਹੀ ਲੈਣੀ ਚਾਹੀਦੀ ਹੈ ਕਿਉਂਕਿ ਉਹਦੇ ਸਾਈਡ ਇਫੈਕਟਸ ਵੀ ਨਹੀਂ ਹੈਗੇ ਔਰ ਉਹਦੇ ਰਿਜ਼ਲਟਸ ਵੀ ਬਹੁਤ ਅੱਛੇ ਹੈਗੇ ਆ ਜੀ। ਤੁਹਾਡੇ ਲੌਂਗ ਟਰਮ ਲੈਣ ਨਾਲ ਇਹ ਆਹਿਸਤਾ ਆਹਿਸਤਾ ਇਹ ਡਿਜ਼ੀਜ਼ ਨੂੰ ਖਤਮ ਕਰਨ ਦੇ ਤਰਫ ਵੀ ਵੱਧਦੀ ਰਹਿੰਦੀ ਹੈ। ਲੇਕਿਨ ਅਗਰ ਇੱਕੋ ਦਮ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਨੂੰ ਜ਼ਰੂਰ ਹੈਲਪ ਲੈਣੀ ਪੈਂਦੀ ਹੈ ਥੋੜ੍ਹੀ ਦੇਰ ਵਾਸਤੇ। ਲੇਕਿਨ ਹੁਣ ਇਹਦੀ ਅਵੇਅਰਨੈਸ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ, ਲੋਕੀ ਵੀ ਸਮਝ ਚੁੱਕੇ ਹੈ ਕਿ ਆਯੁਰਵੈਦਿਕ ਦਵਾਈਆਂ ਦਾ ਕਿੰਨਾ ਫਾਇਦਾ ਹੈ ਔਰ ਇਹ ਆਯੁਰਵੈਦਿਕ ਦਵਾਈਆਂ ਹਰ ਜਗ੍ਹਾ ਉਪਲਬਧ ਹੈਗੀਆਂ ਹੁਣ। ਪਹਿਲੇ ਨਹੀਂ ਸੀਗੀਆਂ ਇਹ ਮਿਲਦੀਆਂ, ਲੇਕਿਨ ਹੁਣ ਆਪਣੇ ਘਰ ਤੋਂ ਵੀ ਆਪਾਂ ਆਯੁਰਵੇਦ ਸ਼ੁਰੂ ਕਰਦੇ ਹਾਂ। ਯੋਗਾ ਸਾਡੇ ਨਾਲ ਹੈਗਾ, ਆਯੁਰਵੇਦ ਸਾਡੇ ਨਾਲ ਹੈਗਾ। ਕਿਹੜੀ ਬਿਮਾਰੀ ਹੈਗੀ ਹੈ ਜਿਹਦੇ ਵਿੱਚ ਆਪਾਂ ਆਯੁਰਵੈਦਿਕ ਦਵਾਈ ਨਹੀਂ ਯੂਜ਼ ਕਰਦੇ ਜੀ? ਪੰਜਾਬ ਦੇ ਵਿੱਚ ਆਯੁਰਵੈਦਿਕ ਡਿਸਪੈਂਸਰੀਆਂ ਟੋਟਲ ਕਿੰਨੀਆਂ ਨੇ? 501 ਆਯੁਰਵੈਦਿਕ ਡਿਸਪੈਂਸਰੀਆਂ ਨੇ ਤੇ 35 ਯੂਨਾਨੀ ਡਿਸਪੈਂਸਰੀਆਂ ਨੇ। ਇਹ ਸਾਰਿਆਂ ਦੇ ਵਿਚਕਾਰ ਜਿਹੜਾ ਅਮਲਾ ਹੈਗਾ ਸਾਰਾ ਸਟਾਫ ਪੂਰਾ ਹੈ? ਕਿਉਂਕਿ ਪਿੱਛੇ ਜੇ ਇਹ ਸੀਗਾ ਕਿ ਜਿਹੜੀਆਂ ਫਾਰਮਾਸਿਸਟ ਦੀਆਂ ਪੋਸਟਾਂ ਨੇ ਉਹ ਕਾਫੀ ਚਿਰ ਤੋਂ ਖਾਲੀ ਚਲੀਆਂ ਆ ਰਹੀਆਂ ਨੇ। ਨਹੀਂ, ਇਹ ਸਾਰੀਆਂ ਜਗ੍ਹਾ ਹਲੇ ਪੂਰਾ ਨਹੀਂ ਹੈਗਾ ਸਟਾਫ, ਲੇਕਿਨ ਜਿਹੜੇ ਇਹ 81 ਫਾਰਮਾਸਿਸਟ ਉਪਵੈਦ ਜਿਨ੍ਹਾਂ ਨੂੰ ਉਪਵੈਦ ਕਹਿੰਦੇ ਆ ਉਹਨਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। SS ਬੋਰਡ ਵੱਲੋਂ ਇਹ ਟੈਸਟ ਲੈ ਚੁੱਕਿਆ ਗਿਆ ਹੈਗਾ, ਲੇਕਿਨ ਉਹਦੇ ਤੇ ਕੋਰਟ ਕੇਸ ਹੋ ਗਿਆ ਸੀਗਾ। ਕੋਰਟ ਕੇਸ ਦਾ ਵੀ ਹੁਣ ਫੈਸਲਾ ਥੋੜ੍ਹਾ ਜਿਹਾ ਆਇਆ ਹੈਗਾ ਕਿ ਇਹਨਾਂ ਨੂੰ ਆਪਣੇ ਲੈਵਲ 'ਤੇ ਤੁਸੀਂ ਰਿਜ਼ਲਟ ਡਿਕਲੇਅਰ ਕਰੋ। ਜਦੋਂ ਹੀ ਸਾਨੂੰ SS ਬੋਰਡ, ਅਸੀਂ ਵੀ ਉਹਨਾਂ ਨੂੰ ਬੜੀ ਵਾਰ ਲਿਖ ਚੁੱਕੇ ਹਾਂ ਵੀ ਸਾਨੂੰ ਰਿਜ਼ਲਟ ਬਣਾ ਕੇ ਦਿਓ, ਉਹਨਾਂ ਦੀ ਸਾਨੂੰ ਮੈਰਿਟ ਆ ਜਾਂਦੀ ਹੈ ਤਾਂ ਉਹਨਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਇਸ ਤੋਂ ਬਾਅਦ ਵੀ ਇੱਕ 85 ਪੋਸਟਾਂ ਤੇ ਇੱਕ 117 ਪੋਸਟਾਂ ਉਪਵੈਦ ਦੀਆਂ ਉਹ ਹੋਰ ਨੇ ਜੀ? ਹਾਂਜੀ, ਇਸ ਤੋਂ ਇਲਾਵਾ ਹੈ ਜੀ। ਉਹਨਾਂ ਦੀ ਵੀ ਜਿਹੜੀ ਪ੍ਰੋਸੈਸ ਹੈਗੀਆਂ, ਉਹਨਾਂ ਨੂੰ ਥੋੜ੍ਹਾ ਟਾਈਮ ਲੱਗੇਗਾ ਲੇਕਿਨ ਉਹ ਵੀ ਹੋਣਗੀਆਂ। ਲੇਕਿਨ ਕੁਝ ਪੋਸਟਾਂ 59 ਪੋਸਟਾਂ ਹੈਗੀਆਂ ਜਿਹੜੀਆਂ ਕਿ ਆਪਾਂ ਰਿਵਾਈਵ ਕਰਨ ਵਾਸਤੇ ਵੀ ਭੇਜੀਆਂ ਹੋਈਆਂ ਜੀ। ਇਹਦੇ ਨਾਲ ਸਾਡੇ ਸਟਾਫ 'ਚ ਕਾਫੀ ਜ਼ਿਆਦਾ ਜਿਹੜੀਆਂ ਵੀ ਵੈਕੈਂਸੀਜ਼ ਹੈਗੀਆਂ ਫਿਲ ਹੋਣਗੀਆਂ। ਬਾਕੀ AMO ਅਸੀਂ ਹੁਣ ਕਾਫੀ ਵਾਰ ਕਰ ਵੀ ਲਏ ਆ ਭਰਤੀ, ਲੇਕਿਨ ਹੋਰ ਵੀ ਅੱਗੇ ਤੋਂ ਪ੍ਰੋਸੈਸ ਚੱਲਦਾ ਰਹੇਗਾ। ਤੁਸੀਂ ਡਾਇਰੈਕਟਰ ਹੋ ਪੰਜਾਬ ਦੇ, ਸੋ ਤੁਹਾਡੇ ਟਿਪਸ 'ਤੇ ਸਾਰੇ ਅੰਕੜੇ ਨੇ, ਸਾਰੇ ਪੰਜਾਬ ਦੀਆਂ ਜਿੰਨੀਆਂ ਡਿਸਪੈਂਸਰੀਜ਼ ਨੇ, ਜਿਵੇਂ ਜਾਗਰੂਕਤਾ ਫੈਲਾਈ ਜਾ ਰਹੀ ਹੈ ਆਯੁਰਵੈਦਿਕ ਨੂੰ ਲੈ ਕੇ, ਸੋ ਉਸ ਦੇ ਹਿਸਾਬ ਨਾਲ ਪਿਛਲੇ ਕੁਝ ਸਾਲਾਂ 'ਚ ਜਿਹੜੀ ਮਰੀਜ਼ਾਂ ਦੀ ਦਰ ਹੈ ਆਯੁਰਵੈਦਿਕ ਡਿਸਪੈਂਸਰੀਆਂ 'ਚ ਆਉਣ ਦੀ ਵਧੀ ਹੈ ਜੀ ਪਹਿਲਾਂ ਨਾਲੋਂ? ਬਹੁਤ ਵਧੀਆ ਜੀ, ਲੋਕੀ ਬਹੁਤ ਅਵੇਅਰ ਹੋਏ ਹੈ। ਸਾਡੇ ਕੁਝ ਪ੍ਰੋਗਰਾਮ ਹੈ, ਜਿਵੇਂ ਅਸੀਂ ਆਯੁਰਵੈਦਿਕ ਯੋਗਾ ਡੇ ਮਨਾਉਂਦੇ ਹਾਂ,
ਇੰਟਰਨੈਸ਼ਨਲੀ ਨਹੀਂ ਮਨਾਇਆ ਜਾਂਦਾ ਜੀ। ਉਹਦੇ ਵਾਸਤੇ ਵੀ ਅਸੀਂ ਸਾਡੇ ਸਾਰੇ ਡਾਕਟਰ ਸਾਡੇ ਯੋਗਾ ਐਕਸਪਰਟ ਹੈਗੇ ਆ ਜੀ। ਔਰ ਉਹ ਸਾਰੇ ਸਕੂਲਸ ਦੇ ਵਿੱਚ ਇੰਸਟੀਟਿਊਸ਼ਨਸ ਡਿਪਾਰਟਮੈਂਟਸ 'ਚ ਜਾ ਕੇ ਪਿੰਡਾਂ 'ਚ ਜਾ ਕੇ ਹਰ ਜਗ੍ਹਾ ਯੋਗਾ ਕਲਾਸਿਸ ਲੈਂਦੇ ਹੈ। ਕੁਝ ਸੈਸ਼ਨ ਉਹਨਾਂ ਦੇ ਚੱਲਦੇ ਹੈ, ਉਹਨਾਂ ਨੂੰ ਨਾਲ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਂਦੀਆਂ, ਕੁਝ ਕੈਂਪਸ ਵੀ ਸਾਰੀ ਜਗ੍ਹਾ ਡਾਕਟਰ ਸਾਡੇ ਕਰਦੇ ਰਹਿੰਦੇ ਹੈ ਔਰ ਉਹਨਾਂ ਕੈਂਪਸ ਦੇ ਥਰੂ ਵੀ ਅਵੇਅਰਨੈਸ ਦਿੱਤੀ ਜਾਂਦੀ ਜਿਸ 'ਚ ਫ੍ਰੀ ਮੈਡੀਸਨ ਦਿੱਤੀ ਜਾਂਦੀ ਉਹਨਾਂ ਨੂੰ, ਨਾਲੇ ਫ੍ਰੀ ਉਹਨਾਂ ਨੂੰ ਐਕਸਰਸਾਈਜ਼ ਯੋਗਾ ਵਗੈਰਾ ਦੇ ਵਾਸਤੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਡਾਕਟਰ ਸਾਹਿਬ ਜਿਹੜੇ ਛੋਟੇ ਬੱਚੇ ਹੈ, ਜਿਹੜੇ ਛੋਟੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਹੈ, ਚਾਹੇ ਉਹ ਖਾਂਸੀ ਜ਼ੁਕਾਮ ਬੁਖਾਰ ਹੈ, ਤਾਂ ਉਹਨਾਂ ਲਈ ਆਯੁਰਵੈਦਿਕ ਦਵਾਈ ਜ਼ਰੂਰੀ ਹੈ ਜਾਂ ਉਹਨਾਂ ਲਈ ਐਲੋਪੈਥੀ ਜ਼ਰੂਰੀ ਹੈ? ਨਹੀਂ, ਆਯੁਰਵੈਦਿਕ ਐਸੀ ਕੋਈ ਬਿਮਾਰੀ ਨਹੀਂ ਜਿੱਥੇ ਨਾ ਯੂਜ਼ ਕੀਤੀ ਜਾ ਸਕੇ ਜੀ, ਕਿਸੇ ਵੀ ਉਮਰ 'ਚ? ਕਿਸੇ ਵੀ ਉਮਰ ਦੇ ਵਿੱਚ। ਛੋਟੇ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਖਾਂਸੀ ਜ਼ੁਕਾਮ ਹੈ, ਸਾਡੀ ਸਿਤੋਪਲਾਦੀ ਗੁਦੰਤੀ ਟੰਕਨ ਦੀ ਮੈਡੀਸਨ ਆਉਂਦੀਆਂ ਹੈਗੀਆਂ, ਇਹਨਾਂ ਦੇ ਬਹੁਤ ਹੀ ਅੱਛੇ ਰਿਜ਼ਲਟਸ ਹੈਗੇ ਔਰ ਛੋਟੇ ਬੱਚਿਆਂ ਵਾਸਤੇ ਵੀ ਬਹੁਤ ਅੱਛੇ ਰਿਜ਼ਲਟਸ। ਤੇ ਬਜ਼ੁਰਗਾਂ ਲਈ ਕਿੰਨੀ ਕਾਰਗਰ ਸਾਬਤ ਹੈ? ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਨੂੰ ਇਹ ਹੁੰਦਾ ਹੈ ਕਿ ਮੈਨੂੰ ਇਹ ਦਵਾਈ ਕੰਮ ਕਰਨਾ ਛੱਡ ਗਈ ਹੈ ਐਲੋਪੈਥੀ, ਤਾਂ ਫਿਰ ਉਹ ਡੋਜ਼ ਵਧਾ ਕੇ ਦੇ ਦਿੰਦੇ ਆ। ਜੇ ਕੋਈ 50 mg ਦੀ ਖਾਂਦੇ ਆ ਤਾਂ 100 mg ਦੀ ਖਾਣ ਲੱਗ ਜਾਂਦੇ ਜੀ। ਪੁਰਾਣੇ ਟਾਈਮ ਤੋਂ ਵੀ ਸਾਡੇ ਕਿਹਾ ਜਾਂਦਾ ਹੈ ਕਿ ਆਯੁਰਵੇਦ ਦੇ ਵਿੱਚ ਰਸਾਇਣ ਦਾ ਬਹੁਤ ਜ਼ਿਆਦਾ ਯੋਗ ਹੈ। ਰਸਾਇਣ ਓਲਡ ਏਜ ਵਿੱਚ ਹੀ ਜ਼ਿਆਦਾ ਇਫੈਕਟਿਵ ਹੁੰਦੇ ਹੈ ਜੀ। ਔਰ ਚਵਨਪ੍ਰਾਸ਼ ਵੀ ਇੱਕ ਰਸਾਇਣ ਹੈਗਾ, ਹੋਰ ਬੜੀਆਂ ਮੈਡੀਸਨਸ ਹੈਗੀਆਂ ਜਿਹੜੀਆਂ ਸਾਨੂੰ ਓਲਡ ਏਜ ਦੇ ਵਿੱਚ ਕਾਫੀ ਜ਼ਿਆਦਾ ਇਫੈਕਟਿਵ ਰਹਿੰਦੀਆਂ ਹੈਗੀਆਂ ਔਰ ਆਲਮੋਸਟ ਸਾਰੀਆਂ ਬਿਮਾਰੀਆਂ ਵਾਸਤੇ ਇਹ ਦਵਾਈਆਂ ਆਪਣੀਆਂ ਆਯੁਰਵੇਦੀਆਂ ਯੂਜ਼ ਕੀਤੀਆਂ ਜਾ ਸਕਦੀਆਂ। ਹਰ ਉਮਰ ਵਰਗ ਦੇ ਲੋਕ ਨੇ ਜਿਹੜੇ ਦੇ ਸਕਦੇ ਆ, ਈਵਨ ਪ੍ਰੈਗਨੈਂਸੀ 'ਚ ਵੀ ਸੇਫ ਹੈਗੀਆਂ, ਬੱਚਿਆਂ ਵਾਸਤੇ ਸੇਫ ਹੈਗੀਆਂ, ਬਜ਼ੁਰਗਾਂ ਵਾਸਤੇ ਬਹੁਤ ਸੇਫ ਹੈ ਜੀ। ਸੋ ਪਿੱਛੇ ਜੇ ਕਰੋਨਾ ਮਹਾਮਾਰੀ ਦੇ ਦੌਰਾਨ ਦੇਸ਼ ਭਰ 'ਚ ਲੋਕਡਾਊਨ ਸੀ, ਉਦੋਂ ਵੀ ਆਯੁਰਵੈਦਿਕ ਜਿਹੜਾ ਤੁਹਾਡਾ ਸਟਾਫ ਸੀ ਉਹਨਾਂ ਨੇ ਅਹਿਮ ਭੂਮਿਕਾ ਨਿਭਾਈਆਂ। ਸੋ ਹੁਣ ਵੀ ਉਹ ਕੋਵਿਡ ਕਰਕੇ ਕੋਈ ਸਪੈਸ਼ਲ ਡਿਊਟੀਆਂ ਲੱਗੀਆਂ ਨਹੀਂ, ਜਾਂ ਕੋਵਿਡ ਦੇ ਦੌਰਾਨ ਲੋਕਡਾਊਨ ਦੇ ਦੌਰਾਨ ਤੁਹਾਡਾ ਜਿਹੜਾ ਪੂਰਾ ਅਮਲਾ ਸ਼ਾਖਾ ਸੀਗਾ, ਪੂਰੇ ਸਟਾਫ ਵੱਲੋਂ ਕੀ ਜਿਹੜੇ ਕਾਰਜ ਨੇ ਉਹ ਕੀਤੇ ਗਏ ਆ ਲੋਕਾਂ ਦੀ ਸਿਹਤ ਨੂੰ ਲੈ ਕੇ? ਸਾਡੇ ਜਿੰਨੀ ਦੇਰ ਵੀ ਇਹ ਕਰੋਨਾ ਦਾ ਲੋਕਡਾਊਨ ਰਿਹਾ ਜਾਂ ਹੁਣ ਤੱਕ ਵੀ ਚੱਲ ਰਿਹਾ ਹੈ ਜੀ, ਮੈਕਸਿਮਮ ਡਾਕਟਰਸ ਜਿਹੜੇ ਹੈਗੇ ਸਾਡੇ AMOs ਉਹ ਕਰੋਨਾ ਡਿਊਟੀਜ਼ ਕਰ ਰਹੇ ਹੈ, ਚਾਹੇ ਉਹਨਾਂ ਦੀ ਫਲੂ ਕਾਰਨਰ ਡਿਊਟੀ ਹੋਵੇ, ਚਾਹੇ ਆਈਸੋਲੇਸ਼ਨ ਵਾਰਡ 'ਚ ਡਿਊਟੀ ਹੋਵੇ, ਚਾਹੇ ਸੈਂਪਲਿੰਗ 'ਚ ਡਿਊਟੀ ਹੋਵੇ, ਉਹਨਾਂ ਦੀ ਸਾਰੀ ਤਰਫ ਉਹ ਡਿਊਟੀਜ਼ ਕਰ ਰਹੇ ਹੈਗੇ ਹੈ। ਈਵਨ ਅਸੀਂ ਇਹ ਦਵਾਈਆਂ ਵੀ ਪਰਚੇਜ਼ ਹੋਈਆਂ ਸੀਗੀਆਂ ਜਿਹਦੇ ਵਾਸਤੇ ਆਪਾਂ ਯੋਗਾ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਔਰ ਨਾਲ ਹੀ ਇਹ ਦਵਾਈਆਂ ਦਿੱਤੀਆਂ ਗਈਆਂ ਇਮਿਊਨਿਟੀ ਬੂਸਟਰਸ ਜਿਹਨੂੰ ਕਹਿੰਦੇ ਆ, ਇਮਿਊਨਿਟੀ ਬੂਸਟਰ ਮੈਡੀਸਨਸ ਉਹਨਾਂ ਕਰੋਨਾ ਵਾਸਤੇ ਦਿੱਤੀਆਂ ਗਈਆਂ ਔਰ ਹੁਣ ਤੱਕ ਵੀ ਇਹ ਬਹੁਤ ਜਗ੍ਹਾ ਹੈਗਾ ਜਿੱਥੇ ਸਾਰੀ ਤਰਫ ਡਿਊਟੀ ਸਾਡੀਆਂ ਡਾਕਟਰਸ AMOs ਕਰ ਰਹੇ ਹੈਗੇ। AMOs ਵੀ ਕਰ ਰਹੇ ਹੈ, ਉਪਵੈਦ ਵੀ ਕਰ ਰਹੇ ਹੈ ਜੀ। ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਨ ਲਈ ਜਿਹੜੀ ਆਯੁਰਵੈਦਿਕ ਦਵਾਈ ਹੈ ਇਹ ਕਿੰਨੀ ਕਾਰਗਰ ਸਾਬਤ ਹੁੰਦੀ ਹੈ? ਅਗਰ ਆਪਾਂ ਪ੍ਰੋਫਿਲੈਕਸਿਸ ਵਿੱਚ ਦੇਖੀਏ ਤਾਂ ਬਹੁਤ ਅੱਛੀ ਮੈਡੀਸਨਸ ਹੈਗੀਆਂ ਜੀ। ਅਗਰ ਆਪਣੀ ਇਮਿਊਨਿਟੀ ਠੀਕ ਹੈ ਕਿਸੇ ਵੀ ਬਿਮਾਰੀ ਵਾਸਤੇ, ਕਰੋਨਾ ਛੱਡੋ ਕੋਈ ਹੋਰ ਵੀ ਬਿਮਾਰੀ ਹੋਵੇ ਉਹਦੇ ਵਾਸਤੇ ਵੀ ਅਗਰ ਆਪਣੀ ਇਮਿਊਨਿਟੀ ਸਟਰੋਂਗ ਹੈ ਤਾਂ ਸਾਨੂੰ ਉਹ ਇੰਨੀ ਜ਼ਿਆਦਾ ਤਕਲੀਫ ਨਹੀਂ ਦੇ ਸਕਦੀ। ਜੇ ਆਪਣੀ ਇਮਿਊਨਿਟੀ ਸਟਰੋਂਗ ਹੈ ਤਾਂ ਉਹਦੇ ਨਾਲ ਹੋਰ ਕੰਪਲਿਕੇਸ਼ਨਸ ਹੋਣ ਦੇ ਚਾਂਸਿਸ ਹੋ ਜਾਂਦੇ ਹੈ। ਸੋ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ 'ਚ ਪੂਰੀ ਕਾਰਗਰ ਸਾਬਤ ਹੁੰਦੀ ਹੈ, ਬਹੁਤ ਜ਼ਿਆਦਾ ਕਾਰਗਰ ਹੁੰਦੀ ਹੈ। ਜਿਹੜੀ ਆਪਣੀ ਮੈਡੀਸਨਸ ਹੈਗੀਆਂ, ਗਿਲੋਏ ਵੱਟੀ ਹੈਗੀ ਹੈ, ਹਲਦੀ ਦੀਆਂ ਗੋਲੀਆਂ ਹੈਗੀਆਂ, ਇਹ ਸਾਰੀਆਂ ਦਵਾਈਆਂ, ਅਸ਼ਵਗੰਧਾ ਚੂਰਨ ਹੈ, ਇਹ ਸਾਰੀਆਂ ਇਮਿਊਨਿਟੀ ਬੂਸਟਰ ਮੈਡੀਸਨਸ ਹੈਗੀਆਂ। ਔਰ ਆਂਵਲਾ ਹੋ ਗਿਆ ਜੀ, ਚਵਨਪ੍ਰਾਸ਼ ਦੇ ਵਿੱਚ ਆਂਵਲਾ ਮੈਕਸਿਮਮ ਹੁੰਦਾ ਹੈਗਾ, ਉਹਦੇ 'ਚ ਹੋਰ ਹਰਬਸ ਬੜੀਆਂ ਹੈਗੀਆਂ। ਇਸ ਕਰਕੇ ਇਹ ਆਪਣੀ ਹੀ ਸਾਨੂੰ ਬਿਮਾਰੀ ਨਾਲ ਲੜਨ ਦੀ ਜਿਹੜੀ ਤਾਕਤ ਹੈਗੀ ਹੈ ਉਹ ਵਧਾਉਂਦੀਆਂ ਹੈਗੀਆਂ। ਬਿਮਾਰੀ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ, ਲੇਕਿਨ ਉਹ 'ਚ ਲੜਨ ਦੀ ਸਾਡੇ 'ਚ ਕਿੰਨੀ ਤਾਕਤ ਹੈਗੀ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਸਾਨੂੰ ਕਿੰਨੀ ਤਾਕਤ ਮਿਲਦੀ ਹੈਗੀ ਹੈ, ਇਹੀ ਇੱਕ ਮੇਨ ਪੁਆਇੰਟ ਹੁੰਦਾ ਹੈ। ਦਵਾਈਆਂ ਤੋਂ ਮੈਨੂੰ ਯਾਦ ਆਇਆ ਕਿ ਆਯੁਰਵੈਦਿਕ ਜਿੰਨੀਆਂ ਡਿਸਪੈਂਸਰੀਜ਼ ਨੇ ਪੰਜਾਬ 'ਚ, ਉਹਨਾਂ ਨੂੰ ਪਿਛਲੇ ਮੇਰੇ ਖਿਆਲ ਤਕਰੀਬਨ 1 ਸਾਲ ਤੋਂ ਪ੍ਰੋਪਰ ਰੈਗੂਲਰ ਦਵਾਈ ਜਿਹੜੀ ਉਹ ਸਪਲਾਈ ਨਹੀਂ ਜਾ ਰਹੀ। ਉਹਦੇ ਕੀ ਕਾਰਨ ਨੇ ਜੀ? ਦਵਾਈਆਂ ਦਾ ਕਾਰਨ ਮੇਨ ਤਾਂ ਇੱਕ ਹੈਗਾ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ ਜੀ। ਇਕੱਲਾ ਦਵਾਈਆਂ ਨਹੀਂ, ਹੋਰ ਵੀ ਬੜੇ ਕੰਮ ਹੈ ਜਿਹਦੇ ਵਿੱਚ ਇੱਕੋ ਹੀ ਬੜਾ ਵੱਡਾ ਰੀਜ਼ਨ ਹੈ ਕੋਰਟ ਕੇਸ ਜੀ। ਕੋਈ ਵੀ ਇੱਥੇ ਕੰਮ ਅੱਛਾ ਹੋਣ ਲੱਗਦਾ ਹੈਗਾ ਉਹਦੇ 'ਚ ਕੋਰਟ ਕੇਸ ਹੋ ਜਾਂਦਾ ਹੈ ਜੀ। ਕਿਸੇ ਦੀ ਅਪਾਇੰਟਮੈਂਟ ਹੁੰਦੀ ਹੈ ਉਹਦਾ ਕੋਰਟ ਕੇਸ ਹੋ ਜਾਂਦਾ ਹੈ, ਮੈਡੀਸਨ ਖਰੀਦੋ ਕੋਰਟ ਕੇਸ ਹੋ ਜਾਂਦਾ ਹੈਗਾ ਜੀ। ਈਵਨ ਕਿਸੇ ਨੂੰ ਕੁਛ 1 ਮਹੀਨਾ ਲੇਟ ਹੋ ਗਏ, ਤੁਸੀਂ GPF ਜਿਹੜੇ ਫੰਡਸ ਦੇ ਵਿੱਚ ਆਪਾਂ ਨੂੰ ਦੇਰੀ ਹੋ ਗਈ ਹੈ, ਉਸ ਬੰਦੇ ਨੇ ਇੰਟਰਸਟ ਵਾਸਤੇ ਸਾਰੀ ਉਮਰ ਉੱਥੇ ਕੰਮ ਕੀਤਾ ਲੇਕਿਨ ਉਹਨਾਂ ਨੇ ਕੋਰਟ ਕੇਸ ਕਰ ਦੇਣਾ ਹੈ ਜੀ। ਔਰ ਮੈਂ ਅੱਜ
ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਇਹੀ ਕਹਿਣਾ ਚਾਹੂੰਗੀ ਵੀ ਸਭ ਤੋਂ ਪਹਿਲਾਂ ਕੋਰਟ ਕੇਸ ਕਰਨ ਤੋਂ ਪਹਿਲਾਂ ਹਾਇਰ ਅਥਾਰਟੀਜ਼ ਨੂੰ ਇੱਕ ਵਾਰੀ ਜ਼ਰੂਰ ਮਿਲੋ ਔਰ ਮਿਲ ਕੇ ਆਪਣੀ ਕਲੈਰੀਫਿਕੇਸ਼ਨ ਜ਼ਰੂਰ ਲਓ। ਅਗਰ ਤੁਹਾਨੂੰ ਲੱਗਦਾ ਕਿ ਕੋਈ ਇੰਟੈਂਸ਼ਨਲੀ ਤੰਗ ਕਰ ਰਿਹਾ ਤਾਂ ਕੋਰਟ ਕੇਸ ਦੀ ਤਰਫ ਜਾਓ। ਅਗਰ ਕੋਈ ਜੈਨੂਇਨਲੀ ਥੋੜੀ ਦੇਰੀ ਹੋ ਰਹੀ ਹੈ ਤਾਂ ਪਲੀਜ਼ ਕੋਰਟ ਕੇਸ ਨਾ ਕਰੋ। ਔਰ ਇਹੀ ਰੀਜ਼ਨ ਹੈ ਦਵਾਈਆਂ ਵੀ ਨਾ ਆਉਣ ਦਾ। ਇਹਦੇ ਵਿੱਚ ਵੀ ਇੱਕ ਫਰਮ ਹੈ ਜਿਹਨੇ ਕਿ ਸਾਨੂੰ ਇਹਦੇ ਵਿੱਚ ਇਹੀ ਕਿਹਾ ਗਿਆ ਵੀ ਉਹਨੂੰ ਇਨਕਲੂਡ ਨਹੀਂ ਕੀਤਾ ਗਿਆ, ਮੇਰੇ ਟੈਂਡਰ ਨਹੀਂ ਲੈ ਗਏ, ਇਸ ਕਰਕੇ ਉਹਨੇ ਕੋਰਟ ਕੇਸ ਕੀਤਾ ਹੈਗਾ। ਔਰ ਉਹਦਾ ਕੁਝ ਸ਼ੇਅਰ ਹੈ ਨਾ ਕਿ ਉਸ ਟਾਈਮ ਇਹ ਹੋਇਆ ਸੀਗਾ ਕਿ ਅਸੀਂ ਗਵਰਨਮੈਂਟ ਤੋਂ ਹੀ ਮੈਡੀਸਨ ਖਰੀਦਣੀਆਂ ਸੀਗੀਆਂ। ਗਵਰਨਮੈਂਟ ਜਿਹੜੀਆਂ ਫਾਰਮੇਸੀਜ਼ ਹੈਗੀਆਂ ਗਵਰਨਮੈਂਟ ਜਿਹੜੀਆਂ, ਲੇਕਿਨ ਉਹ ਫੁੱਲੀ ਤਰ੍ਹਾਂ ਗਵਰਨਮੈਂਟ ਦੇ ਅੰਡਰ ਨਹੀਂ ਸੀਗੀ, ਜਿਹਨੂੰ ਅਸੀਂ ਇਨਕਲੂਡ ਨਹੀਂ ਕੀਤਾ ਸੀਗਾ। ਉਹਦਾ ਕੁਝ ਸ਼ੇਅਰ ਸੀਗਾ, ਲੇਕਿਨ ਹੁਣ ਕੋਰਟ ਕੇਸ ਲੱਗਿਆ। ਕੋਰਟ ਨੇ ਸਾਨੂੰ ਇਹੀ ਕਿਹਾ ਵੀ ਅਗਲੀ ਕੋਈ ਵੀ ਮੈਡੀਸਨ ਖਰੀਦਣ ਤੋਂ ਪਹਿਲਾਂ ਇਸ ਜਿਹੜਾ ਕੇਸ ਦਾ ਡਿਸੀਜਨ ਹੋਣਾ ਜ਼ਰੂਰੀ ਹੈ। ਸੋ ਕਦੋਂ ਤੱਕ ਜਿਹੜੀ ਮੈਡੀਸਨ ਹੈ ਡਿਸਪੈਂਸਰੀ ਪਹੁੰਚ ਕਰ ਦਿੱਤੀ ਜਾਏਗੀ? ਅਸੀਂ ਇਹਦਾ ਹੋਰ ਰਸਤਾ ਹੀ ਲੱਭ ਰਹੇ ਹਾਂ। ਅਸੀਂ ਹੁਣ ਉਹਨਾਂ ਨੂੰ ਵੀ ਇਨਕਲੂਡ ਕਰਨ ਦੀ ਕੋਸ਼ਿਸ਼ ਕਰਾਂਗੇ। ਟੈਂਡਰ ਖੋਲਾਂਗੇ, ਟੈਂਡਰ ਖੋਲ੍ਹ ਕੇ ਜੇ ਉਹਨਾਂ ਦੇ ਵਾਕਈ ਰੇਟ ਜੈਨੂਨ ਹੈਗੇ, ਲੋ ਹੈਗੇ ਹੈ ਤਾਂ ਉਹਨਾਂ ਨੂੰ ਇਨਕਲੂਡ ਕਰਾਂਗੇ। ਅਦਰਵਾਈਜ਼ ਫਿਰ ਕੋਰਟ ਨੂੰ ਫਿਰ ਦੱਸਾਂਗੇ ਇਹ ਚੀਜ਼ ਹੋ ਰਹੀ ਹੈ ਔਰ ਉਹਦਾ ਰਸਤਾ ਅੱਗੇ ਤੋਂ ਅੱਗੇ ਫਿਰ ਖੁੱਲ੍ਹਦਾ ਰਹੇਗਾ ਜੀ। ਅੱਛਾ, ਆਯੁਰਵੈਦਿਕ ਦਵਾਈਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਅੰਕੜੇ ਹੈਗੇ ਆ ਕਿ ਜਿਹੜੇ ਪਿੰਡਾਂ 'ਚ ਲੋਕ ਨੇ ਉਹਨਾਂ ਜ਼ਿਆਦਾ ਅਵੇਅਰਨੈਸ ਹੈ, ਉਹ ਜ਼ਿਆਦਾ ਮਰੀਜ਼ ਆਉਂਦੇ ਆ, ਜਾਂ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਅਰਬਨ ਏਰੀਏ ਦੇ ਲੋਕ ਉਹ ਜ਼ਿਆਦਾ ਆਯੁਰਵੈਦਿਕ ਜਿਹੜੀ ਦਵਾਈਆਂ ਦਾ ਇਸਤੇਮਾਲ ਕਰਦੇ ਨੇ? ਸ਼ਹਿਰਾਂ 'ਚ ਤਾਂ ਲੋਕ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਹੈ। ਸ਼ਹਿਰਾਂ 'ਚ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੈਗੀ। ਸ਼ਹਿਰਾਂ ਦੇ ਲੋਕ ਤਾਂ ਖੁਦ ਹੀ ਪੁੱਛ ਕੇ ਲੈਂਦੇ ਆ। ਅਗਰ ਡਾਕਟਰ ਕੋਲ ਜਾ ਰਹੇ ਉਹਨਾਂ ਨੂੰ ਪਹਿਲੇ ਕਹਿ ਦਿੰਦੇ ਵੀ ਤੁਸੀਂ ਕੋਈ ਐਲੋਪੈਥਿਕ ਮੈਡੀਸਨ ਤਾਂ ਨਹੀਂ ਲਿਖ ਰਹੇ, ਅਗਰ ਲਿਖ ਰਹੇ ਹੋ ਤਾਂ ਪਹਿਲੇ ਹੀ ਮਨਾ ਕਰ ਦਿੰਦੇ ਆ। ਲੇਕਿਨ ਪਿੰਡਾਂ ਦੇ ਵਿੱਚ ਹਾਲੇ ਹੁਣ ਹੌਲੀ ਹੌਲੀ ਅਵੇਅਰਨੈਸ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ। ਉਹਨਾਂ ਕੋਲ ਡਿਸਪੈਂਸਰੀ ਚਾਹੀਦੀ ਹੈ, ਉਹਨਾਂ ਨੂੰ ਡਿਸਪੈਂਸਰੀ ਚਾਹੀਦੀ ਹੈ। ਅਗਰ ਉੱਥੋਂ ਦੀ ਪੇਸ਼ੈਂਟ ਠੀਕ ਹੋ ਰਿਹਾ ਤਾਂ ਜ਼ਰੂਰ ਉੱਥੇ ਜਾਏਗਾ। ਸਾਡੇ ਆਯੁਰਵੈਦਿਕ ਜਿਹੜੀਆਂ ਡਿਸਪੈਂਸਰੀਆਂ ਆਲਮੋਸਟ ਸਾਰੇ ਪਿੰਡਾਂ 'ਚ ਹੈਗੀਆਂ ਔਰ ਅਗਰ ਪੇਸ਼ੈਂਟ ਉੱਥੋਂ ਠੀਕ ਹੋ ਰਿਹਾ ਤਾਂ ਔਰ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਆਯੁਰਵੈਦਿਕ ਮੈਡੀਸਨ ਹੈ ਤਾਂ ਅੱਗੇ ਤੋਂ ਅੱਗੇ ਉੱਥੇ ਪਿੰਡਾਂ ਵਿੱਚ ਦੱਸਣ ਦਾ ਤਾਂ ਚੱਲਣ ਹੁੰਦਾ ਹੀ ਆ ਵੀ ਇੱਕ ਬੰਦਾ ਠੀਕ ਹੋ ਗਿਆ ਤਾਂ 4 ਅੱਗਿਆਂ ਨੂੰ ਦੱਸਿਆ ਜਾਂਦਾ ਹੈਗਾ। ਤਾਂ ਉਸੇ ਤਰ੍ਹਾਂ ਹੀ ਫਿਰ ਲੋਕੀ ਅਵੇਅਰ ਹੋ ਰਹੇ ਹੈ। ਸੋ ਡਿਪਾਰਟਮੈਂਟ ਵੱਲੋਂ ਵੀ ਅਵੇਅਰਨੈਸ ਫੈਲਾਈ ਜਾ ਰਹੀ ਹੈ, ਜਾਗਰੂਕਤਾ ਫੈਲਾਈ ਜਾ ਰਹੀ ਹੈ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਕੋਈ ਇਸ ਤਰ੍ਹਾਂ ਦੀ ਮੁਹਿੰਮ ਵੀ ਚਲਾਈ ਗਈ? ਹਾਂਜੀ, ਅਸੀਂ ਇੰਟਰਨੈਸ਼ਨਲ ਯੋਗਾ ਡੇ ਮਨਾ ਰਹੇ ਹੈਗੇ ਆ, ਆਯੁਰਵੇਦਾ ਡੇ ਮਨਾਇਆ ਜਾਂਦਾ ਹੈਗਾ। ਬਾਕੀ ਅਸੀਂ ਡਾਕਟਰਸ ਨੂੰ ਵੀ ਟਾਈਮਲੀ ਅਸੀਂ ਟ੍ਰੇਨਿੰਗਸ ਦਿੰਦੇ ਰਹਿੰਦੇ। ਕੁਝ ਸੈਂਟਰ ਤੋਂ ਟ੍ਰੇਨਿੰਗਸ ਆਉਂਦੀਆਂ ਹੈਗੀਆਂ। ਪ੍ਰਕਿਰਤੀ ਬਾਰੇ ਆਪਣੀ ਟ੍ਰੇਨਿੰਗ ਸਟੱਡੀ ਹੁਣ ਸਟਾਰਟ ਹੋ ਰਹੀ ਹੈ ਵੀ ਬੰਦੇ ਦੀ ਫੁੱਲ ਨੇਚਰ ਦੇਖਣੀ ਹੈ, ਉਹਦੀ ਕਿਸ ਤਰ੍ਹਾਂ ਦੀ ਪ੍ਰਕਿਰਤੀ ਹੈਗੀ ਹੈ, ਉਹਦੇ ਬਾਰੇ ਟ੍ਰੇਨਿੰਗ ਹੈਗੀ। ਵੈਲਨੈਸ ਸੈਂਟਰ ਖੋਲ੍ਹੇ ਜਾ ਰਹੇ ਹੈਗੇ ਆ। ਤਾਂ ਇਹਨਾਂ ਦੇ ਮਾਧਿਅਮ 'ਤੇ ਹੀ ਅਸੀਂ ਆਯੁਰਵੇਦ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਜਿਸ ਤਰ੍ਹਾਂ ਇਸ ਤੇਜ਼ ਤਰਾਰ ਦੌਰ ਦੇ ਵਿੱਚ ਤਣਾਅ ਜਿਹੜਾ ਲੋਕਾਂ 'ਚ ਬਹੁਤ ਵੱਧਦਾ ਜਾ ਰਿਹਾ, ਖਾਸ ਕਰਕੇ ਲਾਕਡਾਊਨ ਦੇ ਦੌਰਾਨ ਬਹੁਤ ਸਾਰੇ ਕੇਸਿਸ ਨੇ ਜਿਹੜੇ ਇੱਦਾਂ ਦੇ ਆਏ ਆ, ਚਾਹੇ ਉਹ ਡੋਮੈਸਟਿਕ ਵਾਇਲੈਂਸ ਹੈ, ਚਾਹੇ ਉਹ ਤਣਾਅ ਹੈ, ਚਾਹੇ ਉਹ ਸਟ੍ਰੈਸ ਹੈ। ਸੋ ਤਣਾਅ ਨੂੰ ਲੈ ਕੇ ਵੀ ਕੋਈ ਇਸ ਤਰ੍ਹਾਂ ਦੀ ਆਯੁਰਵੇਦ ਦੀ ਦਵਾਈ ਹੈਗੀ ਹੈ ਜਿਹੜੀ ਤਣਾਅ ਘੱਟ ਕਰਦੀ ਹੈ? ਕਿਉਂਕਿ ਐਲੋਪੈਥੀ ਤਾਂ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਸ਼ਾਇਦ ਇੱਕ ਨਸ਼ੇ ਦੀ ਤਰ੍ਹਾਂ ਹੁੰਦੀਆਂ। ਹਾਂ, ਜਿਹੜੀਆਂ ਆਯੁਰਵੈਦਿਕ ਦਵਾਈਆਂ ਹੈਗੀਆਂ ਬਹੁਤ ਅੱਛੇ ਬ੍ਰੇਨ ਟੌਨਿਕਸ ਹੈਗੇ ਆ ਔਰ ਉਹਦੇ ਨਾਲ ਸੈਡੇਸ਼ਨ ਨਹੀਂ ਹੁੰਦੀ, ਨਾ ਹੀ ਕੋਈ ਨਸ਼ਾ ਹੁੰਦਾ, ਨਾ ਹੀ ਬੰਦਾ ਹੈਬਿਚੁਅਲ ਹੁੰਦਾ ਹੈਗਾ ਜੀ। ਉਹ ਬਹੁਤ ਅੱਛੀਆਂ ਮੈਡੀਸਨਸ ਹੈਗੀਆਂ। ਬ੍ਰਹਮੀ ਵੱਟੀ ਤੁਸੀਂ ਸੁਣੀ ਹੋਣੀ ਹੈ, ਬਹੁਤ ਅੱਛੇ ਰਿਜ਼ਲਟ ਹੈਗੇ ਉਹਦੇ ਜੀ। ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਮੈਡੀਸਨਸ ਹੈਗੀਆਂ ਜਿਹੜੀਆਂ ਆਪਾਂ ਇਹਨਾਂ ਵਿੱਚ ਦੇ ਸਕਦੇ ਹਾਂ। ਉਹਦੇ ਨਾਲ ਥੋੜ੍ਹਾ ਕਾਮ ਰਹਿੰਦਾ ਹੈ, ਬੰਦਾ ਸ਼ਾਂਤ ਰਹਿੰਦਾ ਹੈਗਾ, ਪੇਸ਼ੈਂਟ ਨੂੰ ਵੀ ਬੜਾ ਆਰਾਮ ਲੱਗਦਾ ਹੈ ਔਰ ਅੱਛਾ ਐਨਰਜੈਟਿਕ ਫੀਲ ਹੁੰਦਾ ਹੈ ਜੀ। ਪੰਜਾਬ 'ਚ ਜਿੰਨੀਆਂ ਵੀ ਡਿਸਪੈਂਸਰੀਜ਼ ਨੇ, ਪਿੰਡਾਂ 'ਚ ਨੇ, ਕੁਝ ਸ਼ਹਿਰਾਂ 'ਚ ਵੀ ਨੇ, ਉਹਨਾਂ 'ਚ ਬਹੁਤ ਸਾਰੀਆਂ ਦੀ ਜਿਹੜੀ ਹਾਲਤ ਹੈ ਉਹ ਖਸਤਾ ਹੈ ਇਮਾਰਤ ਪੱਖੋਂ। ਸੋ ਉਹਨਾਂ ਲਈ ਵੀ ਕੋਈ ਸਰਕਾਰ ਕਰ ਰਹੀ ਹੈ ਜਾਂ ਫੰਡਿੰਗ ਹੋ ਰਹੀ ਹੈ ਕਿ ਉਹਨਾਂ ਦਾ ਜਿਹੜਾ ਸਟਰਕਚਰ ਹੈ ਉਹ ਘੱਟੋ ਘੱਟ ਸਾਫ਼ ਸੁਥਰਾ ਅਤੇ ਨਵਾਂ ਦਿੱਤਾ ਜਾਵੇ? ਇਹਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਕੁਝ ਤਾਂ ਡਾਕਟਰਸ ਪੰਚਾਇਤ ਨਾਲ ਮਿਲ ਕੇ ਖੁਦ ਹੀ ਕੰਮ ਕਰਵਾ ਰਹੇ ਹੈਗੇ ਆ ਜੀ। ਉਹਨਾਂ ਦੀ ਅਗਰ ਜਗ੍ਹਾ ਪੰਚਾਇਤੀ ਹੈਗੀ ਹੈ ਤਾਂ ਪੰਚਾਇਤ ਦੀ ਥੋੜ੍ਹੀ ਡਿਊਟੀ ਬਣ ਜਾਂਦੀ ਹੈ, ਉਹਨਾਂ ਨੂੰ ਵੀ ਕਰਨਾ ਪੈਂਦਾ। ਇਹ ਚੀਜ਼ ਕਰਨੀ ਵੀ ਚਾਹੀਦੀ ਹੈਗੀ ਹੈ। ਔਰ ਬਾਕੀ ਅਸੀਂ 117 ਵੈਲਨੈਸ ਸੈਂਟਰ ਖੋਲ੍ਹ ਰਹੇ ਹੈਗੇ ਆ। 20 ਦੀ ਹੋਰ ਵੀ ਆ ਚੁੱਕੀ ਹੈ ਸਾਨੂੰ ਪਰਮਿਸ਼ਨ, 137 ਹੋ ਜਾਣਗੇ। ਉਹਨਾਂ ਦੇ ਫੰਡਿੰਗ ਸਾਨੂੰ ਆ ਰਹੀ ਹੈਗੀ ਹੈ। ਜਦੋਂ ਹੀ ਫੰਡਸ ਆ ਜਾਣਗੇ ਹੌਲੀ ਹੌਲੀ ਰਿਲੀਜ਼ ਹੋ ਕੇ, ਔਰ ਬਾਕੀ MOU ਵਗੈਰਾ ਸਾਈਨ ਹੋ ਰਹੇ ਹੈ ਜਿਹੜੀਆਂ ਕਿ ਇਹਨਾਂ ਨੂੰ ਬਣਾਉਣ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ ਹੈਲਪ ਕਰਨਗੀਆਂ ਜੀ। ਔਰ ਉਹਨਾਂ ਦੇ ਥਰੂ ਇਹ ਵੈਲਨੈਸ ਸੈਂਟਰ ਡਿਵੈਲਪ ਹੋਣਗੇ, ਜਿਹੜਾ ਸਟਰਕਚਰ ਵੀ ਪੂਰੇ ਬਣਨਗੇ ਔਰ ਇਹਨਾਂ ਦੇ ਵਿੱਚ ਇਕਵਿਪਮੈਂਟ ਵੀ ਆਉਣਗੇ। ਸੋ ਪੂਰੀ ਤਰ੍ਹਾਂ ਨਾਲ ਸਾਜੋ ਸਮਾਨ ਨਾਲ ਲੈਸ ਹੋਣਗੀਆਂ, ਆਧੁਨਿਕ ਤਕਨੀਕ ਨਾਲ ਜਿਹੜੀਆਂ ਲੈਸ ਹੋਣਗੀਆਂ। ਬਿਲਕੁਲ, ਕੋਸ਼ਿਸ਼ ਪੂਰੀ ਇਹੀ ਹੈ। ਬਾਕੀ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਇਹਦੇ ਵਾਸਤੇ, ਪੂਰੇ ਐਫਰਟਸ ਹੈਗੇ ਆ। ਸਾਡੇ ਮੰਤਰੀ ਜੀ ਵੀ ਬਹੁਤ ਜ਼ਿਆਦਾ ਐਫਰਟ ਕਰ ਰਹੇ ਇਹਨਾਂ ਚੀਜ਼ਾਂ ਵਾਸਤੇ।
ਤੇ ਇਹ ਜ਼ਰੂਰ ਆਪਾਂ ਇਹਨਾਂ ਨੂੰ ਆਯੁਰਵੇਦ ਨੂੰ ਉੱਪਰ ਚੱਕਣ ਦੇ ਵਿੱਚ ਆਪਾਂ ਪੂਰਾ ਜ਼ੋਰ ਲਗਾਵਾਂਗੇ। ਵੈਸੇ ਆਯੁਰਵੈਦਿਕ ਡਿਸਪੈਂਸਰੀਆਂ ਤੇ ਜ਼ਿਆਦਾਤਰ ਕਿਸ ਉਮਰ ਵਰਗ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਆਉਂਦੇ ਆ? ਮੈਂ ਖੁਦ ਡਿਸਪੈਂਸਰੀ 'ਚ ਬੜਾ ਕੰਮ ਕੀਤਾ ਹੈਗਾ, ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਖਾਸ ਏਜ ਨੂੰ ਆਪਾਂ ਕਹਿ ਸਕਦੇ ਹੈਗੇ ਆ। ਹਰ ਏਜ ਦੇ ਲੋਕ, ਹਰ ਏਜ ਦੇ ਲੋਕ ਆਉਂਦੇ ਹੈਗੇ ਆ। ਔਰ ਅਗਰ ਇੱਕ ਫੈਮਿਲੀ ਆ ਰਹੀ ਹੈ ਤਾਂ ਉਸ ਫੈਮਿਲੀ ਵਿੱਚ ਬਜ਼ੁਰਗ ਵੀ ਆਏਗਾ, ਬੱਚਾ ਵੀ ਆਏਗਾ, ਲੇਡੀਜ਼ ਵੀ ਆਉਣਗੀਆਂ ਔਰ ਅਡਲਟ ਵੀ ਆਉਣਗੇ। ਸੋ ਤਣਾਅ ਮੁਕਤ ਕਰਨ ਲਈ ਇੱਕ ਤਾਂ ਤੁਸੀਂ ਦੱਸਿਆ ਕਿ ਦਵਾਈ ਹੈਗੀ ਹੈ ਆਯੁਰਵੈਦਿਕ, ਉਸ ਤੋਂ ਇਲਾਵਾ ਆਯੁਰਵੈਦਿਕ ਪੜ੍ਹਾਈ ਕੀ ਕਹਿੰਦੀ ਹੈ, ਆਯੁਰਵੇਦਾ ਕੀ ਕਹਿੰਦਾ ਹੈ ਕਿ ਤਣਾਅ ਮੁਕਤ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ, ਜਿਹੜੀਆਂ ਰੋਜ਼ਮर्रा ਦੀ ਜ਼ਿੰਦਗੀ 'ਚ ਬੰਦਾ ਇਨਕਲੂਡ ਕਰ ਸਕਦਾ ਹੈ ਉਸ ਗੱਲਾਂ ਨੂੰ? ਪ੍ਰਾਣਾਯਾਮ, ਯੋਗਾ ਇਹਦੇ ਵਿੱਚ ਬਹੁਤ ਇਫੈਕਟਿਵ ਹੈਗੇ ਆ। ਅਗਰ ਥੋੜ੍ਹਾ ਜਿਹਾ ਵੀ ਟਾਈਮ ਹਰ ਇਨਸਾਨ ਕੱਢ ਲਵੇ ਆਪਣੇ ਵਾਸਤੇ ਤਾਂ ਇਹਦੇ ਨਾਲ ਤਣਾਅ ਤੋਂ ਤਾਂ ਬਹੁਤ ਜ਼ਿਆਦਾ ਮੁਕਤੀ ਮਿਲ ਸਕਦੀ ਹੈ ਔਰ ਬਹੁਤ ਰਿਫਰੈਸ਼ਮੈਂਟ ਮਿਲਦੀ ਹੈ ਔਰ એનર્ਜੀ ਲੈਵਲ ਵੀ ਬੜਾ ਅੱਛਾ ਹੁੰਦਾ ਹੈ। ਸੋ ਯੋਗਾ ਜਿਹੜਾ ਇਹ ਜ਼ਿਆਦਾ ਕਾਰਗਰ ਸਵੇਰੇ ਸਾਬਤ ਹੁੰਦਾ ਹੈ ਜਾਂ ਸ਼ਾਮ ਨੂੰ ਵੀ ਕਰ ਸਕਦੇ ਹੋ? ਵੈਸੇ ਸਵੇਰੇ ਵੀ ਕਰ ਸਕਦੇ ਹਾਂ, ਸਵੇਰੇ ਤਾਂ ਹੈ ਹੀ ਹੈ ਬਹੁਤ ਅੱਛਾ, ਲੇਕਿਨ ਸ਼ਾਮ ਨੂੰ ਵੀ ਅਗਰ ਨਹੀਂ ਹੈ ਕਿਸੇ ਕੋਲ ਟਾਈਮ ਜੀ ਤਾਂ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈਗਾ। ਰਾਤ ਨੂੰ ਯੋਗਾ ਅਵੋਇਡ ਕਰਦੇ ਹਾਂ ਅਸੀਂ, ਤਾਂ ਸ਼ਾਮ ਨੂੰ ਵੀ ਯੋਗਾ ਕੀਤਾ ਜਾ ਸਕਦਾ ਹੈ। ਸੋ ਯੋਗਾ ਜਿਹੜਾ ਸਵੇਰੇ ਬਹੁਤ ਜ਼ਿਆਦਾ ਕਾਰਗਰ ਬਹੁਤ ਸਾਬਤ ਜ਼ਿਆਦਾ ਹੁੰਦਾ ਹੈ। ਕਾਰਗਰ ਹੈ। ਸੋ ਇਕੱਲਾ ਯੋਗਾ ਕਰਕੇ ਹੀ ਤਣਾਅ ਮੁਕਤ ਹੁੰਦਾ ਹੈ ਬੰਦਾ, ਜਾਂ ਵੈਸੇ ਵੀ ਜਿਹੜੀ ਰੂਟੀਨ ਸੈਰ ਕਰਦੇ ਹਾਂ ਅਸੀਂ, ਸਵੇਰ ਦੀ ਸੈਰ ਕਰਦੇ ਹਾਂ, ਉਹਦੇ ਨਾਲ ਵੀ ਕੋਈ ਇਫੈਕਟ ਪੈਂਦੇ? ਸੈਰ ਦੇ ਨਾਲ ਵੀ ਇਫੈਕਟ ਪੈਂਦੇ ਹੈਗੇ ਆ, ਪਰ ਯੋਗਾ ਇਹਨਾਂ ਤੋਂ ਉੱਪਰ ਹੈ। ਸੈਰ ਵੀ ਬਹੁਤ ਅੱਛੀ ਹੈ, ਜਿਨ੍ਹਾਂ ਕੋਲ ਯੋਗਾ ਦਾ ਟਾਈਮ ਨਹੀਂ ਹੈ, ਨਹੀਂ ਬੈਠ ਸਕਦੇ, ਥੋੜ੍ਹਾ ਵਾਕ ਕਰਨੀ ਹੈ, ਵਾਕ ਆਪਣੀ ਜਗ੍ਹਾ ਹੈਗੀ ਹੈ, ਯੋਗਾ ਆਪਣੀ ਜਗ੍ਹਾ ਹੈਗਾ। ਔਰ ਅਗਰ ਇਹ ਦੋਨੋਂ ਕੀਤੇ ਜਾਣ ਤਾਂ ਬਹੁਤ ਅੱਛਾ ਹੈਗਾ। ਸੋ ਮਿਨੀਮਮ ਜਿਹੜਾ ਯੋਗਾ ਹੈ ਉਹ ਕਿੰਨੇ ਮਿੰਟ ਰੋਜ਼ ਕਰਨਾ ਚਾਹੀਦਾ ਤਾਂ ਜੋ ਉਹਦੇ ਜਿਹੜੇ ਰਿਜ਼ਲਟ ਨੇ ਚੰਗੇ ਉਹ ਸਾਹਮਣੇ ਆ ਸਕਣ? ਅਗਰ ਤਾਂ ਆਪਾਂ ਸਿਰਫ ਟੈਨਸ਼ਨ ਦੂਰ ਵਾਸਤੇ ਕਰ ਰਹੇ ਹੈਗੇ ਆ ਫਿਰ ਤਾਂ 15-20 ਮਿੰਟ ਸਫੀਸ਼ੀਐਂਟ ਹੈਗਾ ਜੀ। ਅਗਰ ਆਪਾਂ ਨੇ ਬੋਡੀ ਦੇ ਸਾਰੇ ਜੁਆਇੰਟਸ ਦੀ ਮੂਵਮੈਂਟ ਔਰ ਬੋਡੀ ਦੀ ਮੂਵਮੈਂਟ ਵੀ ਰੱਖਣੀ ਹੈ ਤਾਂ 40-45 ਮਿੰਟਸ ਤੱਕ ਕੀਤਾ ਜਾਵੇ ਤਾਂ ਬਹੁਤ ਅੱਛਾ। ਸੋ ਪੌਣੇ ਘੰਟੇ ਦਾ ਜਿਹੜਾ ਯੋਗਾ ਹੈ ਉਹ ਰੋਜ਼ ਕਰਨਾ ਚਾਹੀਦਾ। ਇਸ ਤੋਂ ਇਲਾਵਾ ਕੋਈ ਤੁਹਾਡਾ ਸੁਜੈਸ਼ਨ ਜਿਹੜਾ ਅਸੀਂ ਰੋਜ਼ਮर्रा ਦੀ ਜ਼ਿੰਦਗੀ 'ਚ ਇਨਕਲੂਡ ਕਰ ਸਕਦੇ ਹਾਂ ਲੋਕਾਂ ਦੀ ਸਿਹਤ ਨੂੰ ਲੈ ਕੇ, ਚਾਹੇ ਉਹ ਕਿਸੇ ਨੂੰ ਚਾਹੇ ਉਹ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਅੱਜ ਕੱਲ੍ਹ, ਚਾਹੇ ਜਿਹੜਾ ਖਾਸ ਕਰਕੇ ਅੱਜ ਕੱਲ੍ਹ ਜਿਹੜਾ ਮੋਟਾਪਾ ਹੈ ਉਹ ਬਹੁਤ ਵੱਧ ਰਿਹਾ ਔਰ ਸ਼ੂਗਰ ਬਹੁਤ ਵੱਧ ਰਹੀ ਹੈ ਔਰ ਦੁਨੀਆ 'ਚੋਂ ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਸ਼ੂਗਰ ਦੇ ਪੇਸ਼ੈਂਟ ਨੇ ਉਹ ਭਾਰਤ ਦੇ ਵਿੱਚ ਨੇ। ਸੋ ਸ਼ੂਗਰ ਨੂੰ ਲੈ ਕੇ ਵੀ ਕੋਈ ਇਸ ਤਰ੍ਹਾਂ ਦੀ ਆਯੁਰਵੈਦਿਕ ਦੀ ਕਾਰਗਰ ਜਿਹੜੀ ਸਾਬਤ ਹੁੰਦੀ, ਕੋਈ ਇਸ ਤਰ੍ਹਾਂ ਦੀ ਦਵਾਈ ਹੈ? ਬਹੁਤ ਸਾਡੀਆਂ ਹਰਬਸ ਹੈਗੀਆਂ ਜਿਹੜੀਆਂ ਕਿ ਸ਼ੂਗਰ ਦੇ ਵਿੱਚ ਇਫੈਕਟਿਵ ਹੈਗੀਆਂ, ਲੇਕਿਨ ਸਾਨੂੰ ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਵੀ ਚੇਂਜ ਕਰਨਾ ਪਏਗਾ। ਲਾਈਫ ਸਟਾਈਲ ਦੇ ਵਿੱਚ ਆਪਣਾ ਖਾਣ ਪਾਨ ਵੀ ਚੇਂਜ ਕਰਨਾ ਪਏਗਾ, ਬੈਠਣਾ ਉੱਠਣਾ ਹਰ ਚੀਜ਼ ਚੇਂਜ ਕਰਨੀ ਪਏਗੀ। ਸਾਡਾ ਖਾਣਾ ਪੀਣਾ ਰਿਤੂ ਦੇ ਅਕੋਰਡਿੰਗ, ਦਿਨ ਦੇ ਅਕੋਰਡਿੰਗ, ਟਾਈਮ ਦੇ ਅਕੋਰਡਿੰਗ, ਬਹੁਤ ਲੇਟ ਨਹੀਂ ਖਾਣਾ। ਅੱਜ ਕੱਲ੍ਹ ਦੀ ਜਨਰੇਸ਼ਨ ਕਾफ़ੀ ਲੇਟ ਤੱਕ ਜਾਗਦੀ ਹੈ ਔਰ ਖਾਣਾ ਉਹਨਾਂ ਦਾ ਵੀ ਲੇਟ ਹੁੰਦਾ, ਇਹ ਵੀ ਇੱਕ ਰੀਜ਼ਨ ਹੈ। ਜੰਕ ਫੂਡ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਅਸੀਂ ਆਪਣੀ ਜਿਹੜੀ ਪੁਰਾਣੇ ਟਾਈਮ 'ਚ ਕਿਚਨ ਚੱਲਦੀ ਸੀ, ਜਿਸ ਤਰ੍ਹਾਂ ਮਸਾਲੇ ਯੂਜ਼ ਹੁੰਦੇ ਸੀ, ਆਪਣੀਆਂ ਘਰ ਤੋਂ ਹੀ ਹਲਦੀ ਯੂਜ਼ ਹੋਈ, ਕੜੀ ਪੱਤਾ ਯੂਜ਼ ਹੋਇਆ, ਬੜੀਆਂ ਚੀਜ਼ਾਂ ਯੂਜ਼ ਹੁੰਦੀਆਂ, ਉਹ ਸਭ ਕੁਝ ਘਟ ਰਿਹਾ ਹੈਗਾ। ਅਗਰ ਉਹੀ ਚੀਜ਼ਾਂ ਦੁਬਾਰਾ ਤੋਂ ਅਪਣਾਈਆਂ ਜਾਣ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਸਕਦਾ ਹੈ। ਕਿਸੇ ਵੇਲੇ ਕਿਹਾ ਜਾਂਦਾ ਸੀਗਾ ਕਿ ਜਿਹੜਾ ਘਰਾਂ 'ਚ ਦੇਸੀ ਘਿਓ ਹੈ ਉਹ ਨਹੀਂ ਖਾਣਾ, ਹੁਣ ਡਾਕਟਰ ਆਪ ਸੁਜੈਸਟ ਕਰ ਰਹੇ ਹੈ ਕਿ ਦੇਸੀ ਘਿਓ ਖਾਣਾ ਚਾਹੀਦਾ ਹੈ। ਸੋ ਦੁਚਿੱਤੀ 'ਚ ਲੋਕ ਫਸੇ ਹੋਏ ਆ, ਐਕਚੁਅਲੀ ਖਾਣਾ ਕੀ ਚਾਹੀਦਾ ਹੈ? ਕੋਈ ਕਹਿੰਦਾ ਕਿ ਸਰੋਂ ਦੇ ਤੇਲ ਦਾ ਤੜਕਾ ਲਾਉਣਾ ਚਾਹੀਦਾ ਹੈ ਅਤੇ ਕੋਈ ਕਹਿੰਦੇ ਕਿ ਦੁਬਾਰਾ ਜਿਹੜਾ ਦੇਸੀ ਘਿਓ ਆ ਉਹ ਖਾਣਾ ਚਾਹੀਦਾ ਹੈ, ਪਰ ਐਕਚੁਅਲ 'ਚ ਕੀ ਖਾਣਾ ਚਾਹੀਦਾ? ਜਿਹੜਾ ਕਿਚਨ ਦੇ ਵਿੱਚ ਘਰਾਂ 'ਚ ਜੋ ਵੀ ਬਣਦਾ ਹੈ ਉਹਦੇ ਲਈ ਸਾਨੂੰ ਕੀ ਯੂਜ਼ ਕਰਨਾ ਚਾਹੀਦਾ? ਦੇਸੀ ਘਿਓ ਵੀ ਆਪਾਂ ਅਗਰ ਦੇਖਿਆ ਜਾਏ ਉਹ ਅਲੱਗ ਤਰ੍ਹਾਂ ਦੀ ਗਾਵਾਂ ਹੁੰਦੀਆਂ ਜਿਨ੍ਹਾਂ ਦਾ ਦੇਸੀ ਘਿਓ ਬਹੁਤ ਅੱਛਾ ਬਣਦਾ ਹੈ, ਗਾਵਾਂ ਦਾ ਜੀ, ਗਾਵਾਂ ਦਾ। ਲੇਕਿਨ ਜਿਹੜਾ ਦੂਸਰਾ ਆਪਾਂ ਯੂਜ਼ ਕਰ ਰਹੇ ਦੇਸੀ ਘਿਓ ਉਹ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੈ। ਇਹਦੇ ਨਾਲੋਂ ਪਿਓਰ ਜਿਹੜਾ ਸਰਸੋਂ ਦਾ ਤੇਲ ਹੈ ਉਹ ਬਹੁਤ ਅੱਛਾ ਹੈ, ਜਾਂ ਗਾਵਾਂ ਦਾ ਜਿਹੜਾ ਦੇਸੀ ਘਿਓ ਹੈ ਉਹ ਠੀਕ ਰਹਿੰਦਾ ਹੈ। ਕਿਉਂਕਿ ਜਿਹੜਾ ਸਰੋਂ ਦਾ ਤੇਲ ਸਾਨੂੰ ਮਾਰਕੀਟ 'ਚ ਮਿਲਦਾ, ਸੋ ਬਹੁਤ ਸਾਰੇ ਤੇਲ ਇੱਦਾਂ ਦੇ ਹੈ ਕਿ ਉਹਦੇ 'ਚੋਂ ਪੀਲਾਪਨ ਲਿਆਉਣ ਵਾਸਤੇ ਉਹਦੇ 'ਚ ਤੇਜ਼ਾਬ ਮਿਲਾਇਆ ਜਾਂਦਾ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਨੂੰ ਤਾਂ ਅਸੀਂ ਨਹੀਂ ਰੋਕ ਸਕਦੇ। ਫਿਰ ਤਾਂ ਆਪਣੇ ਲੈਵਲ 'ਤੇ ਉਹੀ ਪੁਰਾਣੇ ਕੰਮ ਸ਼ੁਰੂ ਹੋ ਜਾਣਗੇ। ਪਿੰਡਾਂ ਦੇ ਵਿੱਚ ਆਪਣੀ ਸਰੋਂ ਲਓ ਅਤੇ ਆਪਣਾ ਕਢਵਾਓ, ਫਿਰ ਉਹੀ ਚੀਜ਼ਾਂ ਇਫੈਕਟਿਵ ਹੈਗੀਆਂ। ਪਰ ਸਰਸੋਂ ਦਾ ਤੇਲ ਨੋ ਡਾਊਟ ਅੱਛਾ ਹੈ। ਸੋ ਜਿਹੜਾ ਰਿਫਾਇੰਡ ਯੂਜ਼ ਕਰਦੇ ਹਾਂ ਅਸੀਂ ਘਰਾਂ 'ਚ, ਉਹ ਕਿੰਨਾ ਕੁ ਨੁਕਸਾਨਦੇਹ ਹੈ? ਰਿਫਾਇੰਡ ਅਸੀਂ ਜ਼ਿਆਦਾ ਰਿਕਮੈਂਡ ਨਹੀਂ ਕਰਦੇ ਹੈਗੇ ਜੀ। ਰਿਫਾਇੰਡ ਨੂੰ ਅਸੀਂ ਅੱਛਾ ਨਹੀਂ ਮੰਨਦੇ ਹੈਗੇ ਔਰ ਅਸੀਂ ਤਾਂ ਅਵੋਇਡ ਹੀ ਕਰਾਂਗੇ ਇਹਨਾਂ ਨੂੰ। ਔਰ ਲੋਕਾਂ ਦੀ ਸਾਨੂੰ ਸਾਰਿਆਂ ਤੱਕ ਅਸੀਂ ਇਹੀ ਮੈਸੇਜ ਦੇਵਾਂਗੇ ਵੀ ਰਿਫਾਇੰਡ ਨੂੰ ਥੋੜ੍ਹਾ ਘੱਟ ਯੂਜ਼ ਕੀਤਾ ਜਾਵੇ।
ਸੋ ਮੇਰਾ ਆਖਰੀ ਸਵਾਲ ਹੈ ਕਿ ਤੁਹਾਡਾ ਕੋਈ ਖਾਸ ਸੁਨੇਹਾ ਜਿਹੜਾ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਉਹਨਾਂ ਸਾਰਿਆਂ ਲਈ ਕੋਈ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਆਯੁਰਵੇਦ ਦੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਤੁਹਾਨੂੰ ਹਮੇਸ਼ਾ ਉਹਦਾ ਫਾਇਦਾ ਹੀ ਮਿਲੇਗਾ। ਜਿੰਨਾ ਜ਼ਿਆਦਾ ਹੋ ਸਕੇ ਤੁਸੀਂ ਇਹਨੂੰ ਲੌਂਗ ਟਰਮ ਯੂਜ਼ ਕਰਨਾ ਹੈ ਤਾਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਯੂਜ਼ ਕਰਕੇ ਦੇਖੋ ਔਰ ਤੁਹਾਨੂੰ ਅੱਛੇ ਰਿਜ਼ਲਟਸ ਮਿਲਣਗੇ। ਡਾਕਟਰ ਜੇ ਅੱਛਾ ਹੈਗਾ ਤਾਂ ਕੋਈ ਵੀ ਤੁਹਾਨੂੰ ਦਵਾਈ ਜਿਹੜੀ ਹੈਗੀ ਆਯੁਰਵੇਦ ਦੀ ਨੁਕਸਾਨ ਨਹੀਂ ਪਹੁੰਚਾ ਸਕਦੀ। ਸਾਡੇ ਨਾਲ ਤਮਾਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।